प्यारे विद्यार्थियों, सत श्री अकाल। मैं हाँ तुहाडा अध्यापक महेंद्रपाल बरेटा। प्यारे विद्यार्थियों, अज असी पंजाब स्कूल सिक्ख्या बोर्ड दी 5वीं श्रेणी दी पंजाबी दी किताब विचों डॉक्टर बंजारा बेदी द्वारा लिखी कहानी पाठ 9 सुंड ते हल्दी पढ़ांगे। बहुत पुराने बेलियां दी गल है कि सुंड ते हल्दी दो सकियां भैनां सन। उन्हां दी मां दा नां काली मिर्च सी। एक दिन हल्दी ने मां नूं कहा, मां मैं अपने नानके घर जाना है। ये कहंदी हुई वो चाह नाल गुनगुनान लगी, नानके घर जावांगे, लड्डू पेड़े खावांगे, मोटे होके आवांगे। उस दी मां काली मिर्च ने उस नूं समझाउंदियां आखिया, धीए राह विच बड़ियां औकड़ां ने, जदों कदे तेरा मामा आवेगा तां तूं उस दे नाल चली जावीं, जे तूं राह भुल गई तां फेर की करेंगी। पर हल्दी ने तां नानके घर जाण दी जिवें जिद ही फड़ लई। सोच सोच के मां ने सुंड नूं कहा, सुंड धीए इउं कर, तूं भी इहदे नाल चली जा, एक एक ते 2 11 हुंदे ने, राह विच साथ रहेगा। लम्मा पैंडा ए, राह विच दरिया भी पैंदा ए, उस विचों लंघदियां तां मैनूं कल्ली नूं भी डर लगदा ए, ਇਹ ਤਾਂ ਉਂਝ ਵੀ ਅਜੇ ਨਿਆਣੀ ਏ। ਪਰ ਸੁੰਡ ਦੀ ਹਲਦੀ ਨਾਲ ਐਵੇਂ ਅਣਜਾਣਿਆਂ ਵਾਂਗ ਨਿੱਕੀ ਨਿੱਕੀ ਗੱਲ ਉੱਤੇ ਵੀ ਨੋਕ ਝੋਕ ਹੁੰਦੀ ਰਹਿੰਦੀ ਸੀ। ਸੁੰਡ ਰਤਾ ਕੌੜੇ ਸੁਭਾਅ ਦੀ ਸੀ, ਹਮੇਸ਼ਾ ਆਪਣੀ ਹੀ ਆਕੜ ਵਿੱਚ ਰਹਿੰਦੀ ਸੀ। ਸੋ ਉਹ ਕਹਿਣ ਲੱਗੀ, ਮਾਂ ਮੈਂ ਨਹੀਂ ਜਾਣਾ, ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ। ਅਖੀਰ ਹਲਦੀ ਜਿੱਦ ਕਰਕੇ ਇਕੱਲੀ ਹੀ ਘਰੋਂ ਤੁਰ ਪਈ। ਰਾਹ ਵਿੱਚ ਦਰਿਆ ਆਇਆ। ਠਾਠਾਂ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ, ਫਿਰ ਉਹਨੇ ਹੌਸਲਾ ਕਰਕੇ ਦਰਿਆ ਨੂੰ ਕਿਹਾ, ਦਰਿਆ ਬਾਬਾ ਰਾਹ ਦੇ, ਮੈਨੂੰ ਪਾਰ ਲੰਘਾ ਦੇ। ਦਰਿਆ ਨੇ ਹਲਦੀ ਨੂੰ ਕਿਹਾ, ਮੈਂ ਤੈਨੂੰ ਰਾਹ ਤਾਂ ਦੇ ਦੇਵਾਂਗਾ, ਪਰ ਤੂੰ ਪਹਿਲੋਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫਰਾਂ ਲਈ ਵੀ ਇੱਕ ਪੁਲ ਬਣ ਜਾਵੇ। ਹਲਦੀ ਮੰਨ ਗਈ ਤੇ ਨੇੜੇ ਹੀ ਪਏ ਪੱਥਰ ਢੋਕ ਕੇ ਲਿਆਉਣ ਲੱਗੀ। ਉਹਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਰ ਵੀ ਉਹਦੀ ਮਦਦ ਕਰਨ ਲੱਗੇ। ਇੰਜ ਹੌਲੀ ਹੌਲੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਅਤੇ ਹਲਦੀ ਉਸ ਪੁਲ ਉੱਤੋਂ ਦੀ ਦਰਿਆ ਤੋਂ ਪਾਰ ਲੰਘ ਗਈ। ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਚਿਰ ਆਰਾਮ ਕਰਨ ਲਈ ਇੱਕ ਰੁੱਖ ਦੀ ਛਾਵੇਂ ਲੇਟ ਗਈ ਤੇ ਸੌਂ ਗਈ। ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦਾ ਥਕੇਵਾਂ ਤਾਂ ਲੱਥ ਚੁੱਕਾ ਸੀ, ਪਰ ਉਸ ਨੂੰ ਭੁੱਖ ਬਹੁਤ ਲੱਗੀ ਹੋਈ ਸੀ। ਆਸੇ-ਪਾਸੇ ਦੇਖਦਿਆਂ ਉਹਦੀ ਨਜ਼ਰ ਇੱਕ ਬੇਰੀ ਉੱਤੇ ਜਾ ਪਈ, ਜਿਸ ਉੱਤੇ ਸੂਹੇ ਸੂਹੇ ਬੇਰ ਲੱਗੇ ਹੋਏ ਸਨ। ਹਲਦੀ ਨੇ ਬੇਰੀ ਅੱਗੇ ਤਰਲਾ ਕੀਤਾ, ਬੇਰੀ ਮਾਸੀ ਬੇਰ ਦੇ, ਮੈਂ ਹਾਂ ਤੇਰੀ ਧੀ ਧਿਆਨੀ, ਪਰ ਇਸ ਵੇਲੇ ਭੁੱਖੀ ਭਾਨੀ। ਬੇਰੀ ਨੇ ਹਲਦੀ ਨੂੰ ਕਿਹਾ, ਧੀਏ ਪਹਿਲਾਂ ਮੇਰੇ ਹੇਠੋਂ ਸਾਰੇ ਕੰਡੇ ਹੂੰਝ ਦੇ, ਫਿਰ ਮੈਂ ਤੈਨੂੰ ਖਾਣ ਲਈ ਲਾਲ ਸੂਹੇ ਬੇਰ ਦੇਵਾਂਗੀ। ਕਿਉਂ ਜੋ ਹੁਣ ਪਿੰਡ ਦੇ ਬੱਚਿਆਂ ਨੇ ਮੇਰੇ ਬੇਰ ਖਾਣ ਆਣਾ, ਉਹਨਾਂ ਦੇ ਪੈਰਾਂ ਵਿੱਚ ਮੇਰੇ ਹੇਠਾਂ ਕਿਲਰੇ ਕੰਡੇ ਪੁੱਟ ਜਾਣਗੇ। ਹਲਦੀ ਨੇ ਇੱਕ ਟਾਹਣੀ ਲੈ ਕੇ ਬੇਰੀ ਹੇਠਾਂ ਫੁਹਾਰੀ ਫੇਰ ਕੇ ਸਾਰੇ ਕੰਡੇ ਹੂੰਝ ਕੇ ਇੱਕ ਪਾਸੇ ਢੇਰੀ ਲਾ ਦਿੱਤੀ। ਫਿਰ ਬੇਰੀ ਨੇ ਉਸ ਨੂੰ ਆਪਣੇ ਮਿੱਠੇ ਤੇ ਸੂਹੇ ਬੇਰ ਖਾਣ ਵਾਸਤੇ ਦਿੱਤੇ। ਹਲਦੀ ਨੇ ਬੇਰ ਖਾਧੇ ਤੇ ਉੱਥੋਂ ਅੱਗੇ ਚੱਲ ਪਈ। ਤਕਾਲਾਂ ਵੇਲੇ ਉਹ ਪਿੰਡ ਦੇ ਬਾਹਰ ਦਾਣੇ ਭੁੰਨਣ ਵਾਲੀ ਭੱਠੀ ਕੋਲੋਂ ਦੀ ਲੰਘੀ। ਇੱਕ ਮਾਈ ਭੱਠੀ ਵਿੱਚ ਦਾਣੇ ਭੁੰਨ ਰਹੀ ਸੀ। ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ। ਕਹਿਣ ਲੱਗੀ, ਮਾਸੀ ਮਾਸੀ ਮੈਨੂੰ ਦਾਣੇ ਦੇ, ਤੇਰੀ ਭਨੇਵੀ ਨੂੰ ਬਹੁਤ ਭੁੱਖ ਲੱਗੀ ਏ। ਭੱਠੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ਪਹਿਲਾਂ ਮੇਰੀ ਭੱਠੀ ਦੇ ਆਲੇ ਦੁਆਲੇ ਦੀ ਥਾਂ ਸਾਫ਼ ਕਰ ਦੇ ਤੇ ਭੱਠੀ ਵਿੱਚ ਹੋਰ ਝੋਕਾ ਲਾ ਦੇ। ਹਲਦੀ ਨੇ ਭੱਠੀ ਦਾ ਆਲਾ ਦੁਆਲਾ ਸਾਫ਼ ਕੀਤਾ ਤੇ ਕੱਖ ਕਾਨ ਦੀ ਇੱਕ ਪਾਸੇ ਢੇਰੀ ਲਾ ਉਸੇ ਕੱਖ ਖਾਨ ਵਿੱਚੋਂ ਇੱਕ ਝੋਕਾ ਭੱਠੀ ਵਿੱਚ ਲਾਇਆ। ਭੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ। ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ
ਅਖੀਰ ਹਲਦੀ ਆਪਣੇ ਨਾਨਕੇ ਪਿੰਡ ਲੂਣਪੁਰ ਜਾ ਪਹੁੰਚੀ। ਉੱਥੇ ਉਹ ਸਭਨਾਂ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ। ਉਸ ਦੇ ਨਾਨੇ ਨਾਨੀ ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ। ਨਾਨਕੇ ਪਿੰਡ ਉਹ ਕਈ ਦਿਨ ਰਹੀ। ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ। ਵਿਹਲੇ ਬੈਠ ਕੇ ਉਹ ਨਾਨੀ ਦਾ ਚਰਖਾ ਡਾਹ ਕੇ ਉਸ ਉੱਤੇ ਸੂਤ ਕੱਤਦੀ। ਰਸੋਈ ਵਿੱਚ ਜਾ ਕੇ ਰਸੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ। ਕੁਝ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖਿਆਲ ਆਇਆ। ਉਸ ਦੇ ਨਾਨਾ ਨਾਨੀ ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰਹਿਣ ਲਈ ਕਿਹਾ, ਪਰ ਹਲਦੀ ਨੂੰ ਮਾਂ ਪਿਓ ਦੀ ਯਾਦ ਆਉਣ ਲੱਗੀ। ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ। ਜਿਹੜਾ ਸੂਤ ਨਾਨਕੇ ਘਰ ਰਹਿ ਕੇ ਹਲਦੀ ਨੇ ਕੱਤਿਆ ਸੀ, ਉਸ ਦੀ ਨਾਨੀ ਨੇ ਉਸ ਨੂੰ ਜਲਾਹੇ ਪਾਸੋਂ ਉੱਨ ਬਣਵਾ ਕੇ ਆਪਣੀ ਦੋਹਤੀ ਹਲਦੀ ਲਈ ਕੱਪੜੇ ਸਵਾ ਦਿੱਤੇ। ਮਾਮੀਆਂ ਨੇ ਖੋਏ ਦੀ ਮਠਿਆਈ ਬਣਾ ਕੇ ਉਸ ਦੇ ਲੜ ਬੰਨ੍ਹ ਦਿੱਤੀ। ਨਾਨੇ ਨੇ ਫਲਾਂ ਦੀ ਨਿੱਕੀ ਜਿਹੀ ਟੋਕਰੀ ਲਿਆ ਕੇ ਦਿੱਤੀ। ਮਾਮਿਆਂ ਤੇ ਮਾਸੀਆਂ ਨੇ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸ ਦੇ ਝੋਲੇ ਵਿੱਚ ਪਾ ਦਿੱਤੀਆਂ। ਹਲਦੀ ਵਾਪਸ ਘਰ ਜਾਂਦਿਆਂ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੀ, ਮਾਸੀ ਨੀ ਮਾਸੀ ਤੇਰੀ ਧੀ ਧਿਆਨੀ ਘਰ ਚੱਲੀ। ਰਤਾ ਕੋ ਠਹਿਰ ਭਨੇਵੀਏ, ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈਂਦੀ ਜਾ। ਮਾਈ ਨੇ ਉਸ ਨੂੰ ਭੁੱਜੇ ਹੋਏ ਛੋਲੇ ਦਿੱਤੇ। ਹਲਦੀ ਪੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ। ਅੱਗੇ ਰਾਹ ਵਿੱਚ ਉਹਨੂੰ ਉਹ ਬੇਰੀ ਮਿਲੀ। ਹਲਦੀ ਬੇਰੀ ਨੂੰ ਕਹਿਣ ਲੱਗੀ, ਮਾਸੀ ਨੇ ਮਾਸੀ ਤੇਰੀ ਧੀ ਧਿਆਨੀ ਨਾਨਕਿਓਂ ਹੋ ਆਈ। ਬੇਰੀ ਨੇ ਹਲਦੀ ਦਾ ਸਿਰ ਪਲੋਸਦਿਆਂ ਕਿਹਾ, ਰਤਾ ਠਹਿਰ ਧੀਏ, ਇਹ ਮੇਰੇ ਕੋਲ ਥੋੜੇ ਜਿਹੇ ਵੇਰ ਲੈਂਦੀ ਜਾਈ। ਮੈਂ ਸੂਹੇ ਲਾਲ ਬੇਰ ਤੇਰੇ ਲਈ ਹੀ ਸਾਂਭ ਰੱਖੇ ਨੇ। ਬੇਰੀ ਤੋਂ ਬੇਰ ਲੈ ਕੇ ਹਲਦੀ ਨੇ ਚੁੰਨੀ ਦੇ ਦੂਜੇ ਲੜ ਨਾਲ ਬੰਨ ਲਏ ਤੇ ਨੱਚਦੀ ਟੱਪਦੀ ਅੱਗੇ ਤੁਰ ਪਈ। ਅੱਗੇ ਦਰਿਆ ਆ ਗਿਆ। ਹਲਦੀ ਪੁਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ, ਦਰਿਆ ਬਾਬਾ, ਮੈਂ ਨਾਨਕਿਓਂ ਹੋ ਆਈ ਆਂ। ਦਰਿਆ ਨੇ ਹਲਦੀ ਦਾ ਸਿਰ ਪਲੋਸਦਿਆਂ ਤੇ ਢੇਰ ਸਾਰੀਆਂ ਸਿੱਪੀਆਂ ਤੇ ਘੋਗੇ ਦੇ ਕੇ ਕਹਿਣ ਲੱਗਾ, ਧੀਏ ਧਿਆਨੀਏ, ਮੈਨੂੰ ਤੇਰਾ ਬਹੁਤ ਮੋਹ ਆਉਂਦਾ ਏ। ਕਦੇ ਕਦੇ ਮੇਰੇ ਵੱਲ ਫੇਰਾ ਮਾਰਦੀ ਰਿਹਾ ਕਰੀ। ਹਲਦੀ ਨੇ ਉਹ ਘੋਗੇ ਤੇ ਸਿੱਪੀਆਂ ਨੂੰ ਵੀ ਚੁੰਨੀ ਦੇ ਲੜ ਨਾਲ ਬੰਨ੍ਹ ਲਏ। ਫਿਰ ਉਹ ਘਰ ਵੱਲ ਤੁਰ ਪਈ। ਹਲਦੀ ਖਾਣ ਪਹਿਨਣ ਦਾ ਸਮਾਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ। ਹਲਦੀ ਨੂੰ ਬਹੁਤ ਖੁਸ਼ ਵੇਖ ਕੇ ਸੁੰਡ ਕਹਿਣ ਲੱਗੀ, ਮਾਂ ਮੈਂ ਵੀ ਨਾਨਕੇ ਜਾਣਾ। ਮਾਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ਧੀਏ, ਇੱਕ ਤਾਂ ਰਸਤਾ ਵਿਖੜਾ ਏ, ਦੂਜਾ ਤੇਰਾ ਤੇ ਸੁਭਾਅ ਵੀ ਰਤਾ ਰੁੱਖਾ ਏ। ਤੂੰ ਇਕੱਲੀ ਕਿਧਰੇ ਨਾ ਜਾ। ਜਦੋਂ ਤੇਰਾ ਮਾਮਾ ਆਇਆ ਤਾਂ ਤੂੰ ਉਹਦੇ ਨਾਲ ਚਲੀ ਜਾਵੀਂ। ਪਰ ਸੁੰਡ ਨੇ ਮਾਂ ਦੀ ਇੱਕ ਨਾ ਮੰਨੀ। ਸੁੰਡ ਘਰੋਂ ਤੁਰ ਪਈ। ਨਾ ਮਾਂ ਤੋਂ ਅਸੀਸ ਲਈ ਤੇ ਨਾ ਪਿਓ ਦੀ ਆਗਿਆ ਲਈ। ਜਾਣ ਵੇਲੇ ਜਦੋਂ ਹਲਦੀ ਨੇ ਸੁੰਡ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਡ ਅੱਗੋਂ ਉਹਦੇ ਨਾਲ ਝਗੜ ਪਈ ਤੇ ਰੁੱਖੀ ਹੋ ਕੇ ਕਹਿਣ ਲੱਗੀ, ਤੂੰ ਕੌਣ ਹੁੰਦੀ ਹੈ ਮੈਨੂੰ ਸਮਝਾਉਣ ਵਾਲੀ? ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ। ਹਲਦੀ ਨੇ ਛੋਟੀ ਭੈਣ ਸੁੰਡ ਨੂੰ ਸਮਝਾਉਂਦਿਆਂ ਕਿਹਾ, ਸੁੰਡ ਭੈਣੇ, ਮਾਂ ਠੀਕ ਕਹਿੰਦੀ ਏ। ਉਂਝ ਵੀ ਸਿਆਣੇ ਕਹਿੰਦੇ ਨੇ ਕਿ ਕੋਈ ਕੰਮ ਕਰਨ ਲੱਗਿਆਂ ਜੇ ਕੋਲ ਹੋਰ ਕੋਈ ਨਾ ਵੀ ਹੋਵੇ ਤਾਂ ਕੰਧਾਂ ਨਾਲ ਹੀ ਸਲਾਹ ਕਰ ਲੈਂਦੀ ਹੈ। ਮਾਮਾ ਜੀ ਆਉਣਗੇ ਤੇ ਤੂੰ ਉਹਨਾਂ ਨਾਲ ਚਲੀ ਜਾਵੀਂ। ਮੈਨੂੰ ਤੇਰੇ ਤੋਂ ਵੱਧ ਸਮਝੇ, ਵੱਡੀ ਆਈ ਹੈ ਮੈਨੂੰ ਸਮਝਾਉਣ ਵਾਲੀ, ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ। ਇਹ ਕਹਿ ਕੇ ਉਹ ਘਰੋਂ ਤੁਰ ਪਈ। ਰਾਹ ਵਿੱਚ ਪਹਿਲਾਂ ਦਰਿਆ ਆਇਆ। ਉਹ ਪੁਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ, ਧੀਏ, 4 ਪੱਥਰ ਪੁੱਲ ਲਈ ਰੱਖਦੀ ਜਾ। ਇਸ ਤਰ੍ਹਾਂ ਪੁਲ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤੇ ਲੰਘਣ ਵਾਲੇ ਹੋਰ ਮੁਸਾਫਰਾਂ ਨੂੰ ਵਧੇਰੇ ਸੌਖ ਰਹੇਗੀ। ਮੈਂ ਕੋਈ ਤੇਰੀ ਨੌਕਰ ਹਾਂ? ਸੁੰਡ ਨੇ ਦਰਿਆ ਨੂੰ ਖਿੱਚਦੇ ਹੋਏ ਕਿਹਾ। ਦਰਿਆ ਪਾਰ ਕਰਕੇ ਸੁੰਡ ਕਾਲੇ ਕਾਲੇ ਕਦਮ ਪੁੱਟਦੀ ਅੱਗੇ ਤੁਰ ਪਈ। ਅੱਗੇ ਰਾਹ ਵਿੱਚ ਉਹ ਬੇਰੀ ਆਈ। ਸੁੰਡ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਹ ਬੇਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ। ਸੁੰਡ ਨੂੰ ਇਹ ਕਰਦਿਆਂ ਵੇਖ ਬੇਰੀ ਨੇ ਕਿਹਾ, ਧੀਏ, ਜੇ ਤੂੰ ਤਾਜ਼ੇ ਤੇ ਮਿੱਠੇ ਵੇਰ ਖਾਣਾ ਚਾਹੁੰਦੀ ਏ ਤਾਂ ਪਹਿਲਾਂ ਮੇਰੇ ਹੇਠ ਫੁਹਾਰੀ ਦੇ ਤੇ ਕੰਡੇ ਹੂੰਜਦੀ ਜਾ। ਹੁਣੇ ਪਿੰਡੋਂ ਬੱਚੇ ਮੇਰੇ ਵੇਰ ਖਾਣ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੁਭਣਗੇ। ਪਰ ਸੁੰਡ ਨੇ ਬੇਰੀ ਦੀ ਇੱਕ ਨਾ ਸੁਣੀ। ਉਹ ਬੇਰੀ ਦੇ ਟਾਹਣਿਆਂ ਨੂੰ ਹਲੂਣਦੀ ਰਹੀ, ਪਰ ਮੰਦੇ ਭਾਗਾਂ ਨੂੰ ਇੱਕ ਵੀ ਵੇਰ ਹੇਠਾਂ ਨਾ ਡਿੱਗਿਆ। ਤੁਰਦੀ ਤੁਰਦੀ ਸੁੰਡ ਭੱਠੀ ਕੋਲ ਪਹੁੰਚੀ। ਭੱਠੀ ਵਿੱਚ ਕੁਝ ਦਾਣੇ ਪਏ ਵੇਖੇ ਤੇ ਬਿਨਾਂ ਪੁੱਛੇ ਇੱਕ ਲੱਪ ਦਾਣਿਆਂ ਦੀ ਭਰ ਲਈ। ਉਸਨੇ ਭੱਠੀ ਵਾਲੀ ਦੀ ਇੱਕ ਨਾ ਸੁਣੀ। ਜਾਣ ਵੇਲੇ ਸੁੰਡ ਨੂੰ ਭੱਠੀ ਵਾਲੀ ਨੇ ਕਿਹਾ, ਤੂੰ ਮੁਫਤ ਦਾ ਖਾਣ ਹਿੱਲੀ ਹੋਈ ਏ, ਪਛਤਾਏਂਗੀ। ਤੈਨੂੰ ਕੀ, ਤੂੰ ਸੜਦੀ ਰਹਿ, ਭੁੱਜਦੀ ਰਹਿ। ਇਹ ਕਹਿ ਕੇ ਸੁੰਡ ਅੱਗੇ ਲੰਘ ਗਈ।
ਅਖੀਰ ਸੁੰਡ ਨਾਨਕੇ ਪਹੁੰਚੀ। ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ, ਨਾ ਸੁੱਖ ਦੁੱਖ ਪੁੱਛਿਆ। ਉਹ ਓਪਰੀ ਜਿਹੀ ਬਣ ਕੇ ਆਕੜ ਵਿਖਾਉਂਦੀ ਤੇ ਸਭ ਤੋਂ ਪਰੇ ਪਰੇ ਰਹਿੰਦੀ। ਉਸਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ। ਚਰਖਾ ਕੱਤਣਾ ਦਾ ਇੱਕ ਪਾਸੇ ਰਿਹਾ, ਉਹਨੇ ਲੱਤ ਮਾਰ ਕੇ ਚਰਖਾ ਹੀ ਤੋੜ ਦਿੱਤਾ। ਕੁਝ ਦਿਨਾਂ ਮਗਰੋਂ ਜਦੋਂ ਸੁੰਡ ਨੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੁਕਣ ਲਈ ਜ਼ੋਰ ਨਾ ਪਾਇਆ, ਸਗੋਂ ਉਸ ਦੇ ਜਾਣ ਤੇ ਅੰਦਰੋਂ ਅੰਦਰ ਸਭ ਖੁਸ਼ ਸਨ ਤੇ ਕਹਿਣ ਲੱਗੇ, ਇਸ ਭੈੜੀ ਤੋਂ ਸਾਡੀ ਜਿੰਦ ਛੁੱਟੇਗੀ। ਨਾਨਕਿਆਂ ਨੇ ਸੁੰਡ ਨੂੰ ਤੁਰਨ ਵੇਲੇ ਨਾ ਕੱਪੜੇ ਦਿੱਤੇ, ਨਾ ਫਲ, ਨਾ ਮਠਿਆਈ। ਸੁੰਡ ਖਿੱਝ ਕੇ ਲੜ ਪਈ ਅਤੇ ਆਪਣੇ ਘਰ ਵੱਲ ਨੂੰ ਵਾਪਸ ਮੁੜ ਪਈ। ਵਾਪਸ ਮੁੜਦਿਆਂ ਰਾਹ ਵਿੱਚ ਭੱਠੀ ਆਈ। ਜਦੋਂ ਸੁੰਡ ਉਹਦੇ ਕੋਲੋਂ ਦੀ ਲੰਘਣ ਲੱਗੀ ਤਾਂ ਭੱਠੀ ਵਾਲੀ ਨੇ ਉਸ ਨੂੰ ਬੁਲਾਇਆ ਤੱਕ ਨਾ। ਖਿੱਚਦੀ ਖੱਪਦੀ ਸੁੰਡ ਅੱਗੇ ਤੁਰ ਪਈ। ਜਦੋਂ ਉਹ ਬੇਰੀ ਕੋਲ ਪੁੱਜੀ ਤਾਂ ਜਿਸ ਬੇਰੀ ਨੇ ਹਲਦੀ ਨੂੰ ਸੂਹੇ ਸੂਹੇ ਬੇਰ ਦਿੱਤੇ ਸਨ, ਉਸਨੇ ਇਸ ਨੂੰ ਕੁਝ ਵੀ ਨਾ ਦਿੱਤਾ, ਸਗੋਂ ਸੁੰਡ ਦੇ ਪੈਰਾਂ ਵਿੱਚ ਕੰਡੇ ਚੁੱਭ ਗਏ। ਫਿਰ ਸੁੰਡ ਦਰਿਆ ਦੇ ਕੋਲ ਪਹੁੰਚੀ। ਜਦੋਂ ਉਹ ਪੁਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ ਗਿਆ। ਪਾਣੀ ਦੀਆਂ ਛੱਲਾਂ ਪੁਲ ਨੂੰ ਵੀ ਛੂਹ ਰਹੀਆਂ ਸਨ। ਸੁੰਡ ਮਸਾਂ ਮਸਾਂ ਬਚੀ। ਜਦੋਂ ਸੁੰਡ ਖਾਲੀ ਹੱਥ ਘਰ ਪਹੁੰਚੀ ਤਾਂ ਉਹ ਡੁਸਕਣ ਲੱਗੀ। ਉਹ ਸੋਚਦੀ ਰਹੀ ਤੇ ਫਿਰ ਮਾਂ ਨੂੰ ਪੁੱਛਣ ਲੱਗੀ, ਹਲਦੀ ਕੋਲ ਅਜਿਹਾ ਕੀ ਏ? ਉਹਨੂੰ ਸਾਰਿਆਂ ਕੋਲੋਂ ਇੰਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਮਿਲੀਆਂ ਹਨ। ਮਾਂ ਨੇ ਕਿਹਾ, ਹਲਦੀ ਕੋਲ ਪਿਆਰ ਏ, ਉਹ ਹਰ ਕਿਸੇ ਦੇ ਕੰਮ ਆਉਂਦੀ ਏ, ਸਭ ਦਾ ਹੱਥ ਵਟਾਉਂਦੀ ਏ। ਇਹ ਸੁਣ ਕੇ ਸੁੰਡ ਨੂੰ ਆਪਣੀ ਗਲਤੀ ਪਤਾ ਲੱਗ ਗਈ। ਉਹ ਆਪਣੇ ਕੀਤੇ ਤੇ ਬਹੁਤ ਪਛਤਾਈ ਤੇ ਅੱਗੇ ਤੋਂ ਉਸਨੇ ਚੰਗੇ ਬਣਨ ਦਾ ਪਰਨ ਕਰ ਲਿਆ। ਔਖੇ ਸ਼ਬਦਾਂ ਦੇ ਅਰਥ, ਇਹ ਪਿਆਰੇ ਬੱਚਿਓ, ਕੁਝ ਔਖੇ ਸ਼ਬਦਾਂ ਦੇ ਅਰਥ ਸਾਨੂੰ ਦਿੱਤੇ ਹੋਏ ਹਨ। ਇਹਨਾਂ ਨੂੰ ਤੁਸੀਂ ਪੜ੍ਹਨਾ ਹੈ, ਸਮਝਣਾ ਹੈ ਅਤੇ ਯਾਦ ਕਰਨਾ ਹੈ। ਚਾਅ ਚੜ੍ਹਨਾ, ਖੁਸ਼ ਹੋਣਾ। ਚਾਅ ਦਾ ਅਰਥ ਹੈ ਖੁਸ਼ੀ। ਪੈਂਡਾ ਰਾਹ, ਠਾਠਾਂ ਮਾਰਦਾ, ਪਾਣੀ ਦੀਆਂ ਛੱਲਾਂ ਦਾ ਉੱਚੀਆਂ ਉੱਠਣਾ। ਮੁਸਾਫਰ, ਯਾਤਰਾ ਕਰਨ ਵਾਲੇ। ਹੂੰਜ, ਇਕੱਠਾ ਕਰਨਾ। ਬੁਹਾਰੀ, ਝਾੜੂ। ਪਨੇਵੀ, ਭਾਂਜੀ। ਝੋਕਾ ਲਾਣਾ, ਚੁੱਲ੍ਹੇ ਵਿੱਚ ਬਾਲਣ ਪਾਉਣਾ। ਹੱਥ ਵਟਾਉਣਾ, ਸਹਾਇਤਾ ਕਰਨੀ। ਲੜ, ਚੁੰਨੀ ਦਾ ਕਿਨਾਰਾ। ਮੋਹ, ਪਿਆਰ। ਵਿਖੜਾ, ਔਖਾ। ਔਂਕਣਾ, ਮੁਸੀਬਤਾਂ। ਅਣਜਾਣਿਆਂ, ਨਿਆਣਿਆਂ। ਸੂਹੇ ਸੂਹੇ, ਲਾਲ ਰੰਗ ਦੇ। ਪੁੜਨਾ, ਚੁਭਣਾ। ਤਕਾਲਾਂ, ਸ਼ਾਮ ਦਾ ਸਮਾਂ। ਦਿਲਾਸਾ, ਹੌਸਲਾ। ਲੱਪ, ਇੱਕ ਹੱਥ ਭਰ ਕੇ। ਜੁਲਾਹਾ, ਕੱਪੜਾ ਬੁਣਨ ਵਾਲਾ। ਦੋਹਤੀ, ਰਿਸ਼ਤੇ ਵਿੱਚ ਬੇਟੀ ਦੀ ਬੇਟੀ। ਫੇਰਾ ਮਾਰਨਾ, ਗੇੜਾ। ਅਸੀਸ, ਅਸ਼ੀਰਵਾਦ। ਕੁਝ ਹੋਰ ਯਾਦ ਰੱਖਣ ਜੋ ਗੱਲਾਂ ਪਿਆਰੇ ਬੱਚਿਓ, ਤੁਸੀਂ ਇਹਨਾਂ ਗੱਲਾਂ ਨੂੰ ਵੀ ਯਾਦ ਕਰਨਾ ਹੈ, ਸਮਝਣਾ ਹੈ। ਖਾਦ ਪਦਾਰਥਾਂ ਵਿੱਚ ਸੁੰਡ ਗਰਮ ਅਤੇ ਹਲਦੀ ਠੰਡੀ ਹੁੰਦੀ ਹੈ। ਖਾਦ ਪਦਾਰਥ ਸਾਡੇ ਖਾਏ ਜਾਣ ਵਾਲੇ, ਜਿਵੇਂ ਅਸੀਂ ਘਰ ਵਿੱਚ ਸਬਜ਼ੀਆਂ ਵਗੈਰਾ ਦੇ ਮਸਾਲੇ ਬਣਾਉਂਦੇ ਹਾਂ, ਸਬਜ਼ੀਆਂ ਵਿੱਚ ਪਾਉਂਦੇ ਹਾਂ, ਉਹਦੇ ਵਿੱਚ ਅਸੀਂ ਸੁੰਡ ਦੀ ਵਰਤੋਂ ਵੀ ਕਰਦੇ ਹਾਂ। ਸੁੰਡ ਤਸੀਰ ਵਿੱਚ ਗਰਮ ਹੁੰਦੀ ਹੈ ਅਤੇ ਹਲਦੀ ਦੀ ਤਸੀਰ ਠੰਡੀ ਹੁੰਦੀ ਹੈ। ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਪਿਆਰੇ ਬੱਚਿਓ, ਇਹ ਬੀਬੇਵਾਲ ਦਾ ਸਭ ਤੋਂ ਵੱਡਾ ਗੁਣ ਹੈ ਕਿ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ। ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਿਆਰੇ ਬੱਚਿਓ, ਸਹੀ ਇਨਸਾਨ, ਸਹੀ ਵਿਅਕਤੀ ਉਹੀ ਹੈ ਜੋ ਦੂਜਿਆਂ ਦੀ ਸਹਾਇਤਾ ਕਰਦਾ ਹੈ। ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ। ਇਹ ਆਪਾਂ ਪਾਠ ਵਿੱਚ ਵੇਖਿਆ ਹੀ ਹੈ ਕਿ ਹਲਦੀ ਨੂੰ ਕਿੰਨਾ ਪਿਆਰ ਅਤੇ ਸਤਿਕਾਰ ਮਿਲਿਆ, ਜਦ ਕਿ ਸੁੰਡ ਸੜਦੀ ਭੁਜਦੀ ਹੀ ਰਹੀ, ਉਸ ਨੂੰ ਕਿਸੇ ਨੇ ਲਵੇ ਨਾ ਲਾਇਆ। ਪਿਆਰੇ ਬੱਚਿਓ, ਅਸੀਂ ਵੀ ਹਲਦੀ ਵਾਂਗ ਹਮੇਸ਼ਾ ਆਗਿਆਕਾਰੀ ਬੱਚਾ ਬਣ ਕੇ ਸਭ ਦਾ ਪਿਆਰ ਲੈਣਾ ਹੈ ਅਤੇ ਸਭ ਦਾ ਸਤਿਕਾਰ ਕਰਨਾ ਹੈ ਤੇ ਸਭ ਤੋਂ ਸਤਿਕਾਰ ਆਪਣੇ ਆਪ ਮਿਲ ਜਾਵੇਗਾ। ਸਾਨੂੰ ਸਾਰਿਆਂ ਨੂੰ ਚੰਗੇ ਬਣਨ ਦਾ ਪਰਨ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ, ਬੀਬੇਵਾਲ ਦੀ ਨਿਸ਼ਾਨੀ ਇਹੀ ਹੈ ਕਿ ਅਸੀਂ ਚੰਗੇ ਬਣੀਏ, ਵੱਡਿਆਂ ਦਾ ਕਹਿਣਾ ਮੰਨੀਏ, ਵੱਡਿਆਂ ਦਾ ਸਤਿਕਾਰ ਕਰੀਏ, ਦੂਜਿਆਂ ਦੀ ਮਦਦ ਕਰੀਏ, ਸਹਾਇਤਾ ਕਰੀਏ। ਪਾਠ ਅਭਿਆਸ। ਜਵਾਨੀ ਅਭਿਆਸ। ਕਹਾਣੀ ਵਿੱਚ
ਸੁੰਡ ਤੇ ਹਲਦੀ ਦੀ ਮਾਂ ਕੌਣ ਹੈ? ਹਾਂ, ਕਾਲੀ ਮਿਰਚ। ਕਹਾਣੀ ਵਿੱਚ ਸੁੰਡ ਤੇ ਹਲਦੀ ਦੀ ਮਾਂ ਕਾਲੀ ਮਿਰਚ ਹੈ। ਇੱਕ ਤੇ 2 11 ਦਾ ਕੀ ਮਤਲਬ ਹੈ? ਇੱਕ ਤੇ 2 11 ਦਾ ਮਤਲਬ ਹੈ ਕਿ ਮੁਸ਼ਕਿਲ ਪੈਣ ਤੇ 2 ਜਣੇ ਵੀ 11 ਵਾਂਗ ਮੁਕਾਬਲਾ ਕਰ ਸਕਦੇ ਹਨ। ਭਨੇਵੀ ਕੌਣ ਹੁੰਦੀ ਹੈ? ਭਨੇਵੀ ਭੈਣ ਦੀ ਕੁੜੀ ਹੁੰਦੀ ਹੈ। ਭਨੇਵੀ ਨੂੰ ਭਾਣਜੀ ਵੀ ਕਹਿੰਦੇ ਹਨ। ਸਾਨੂੰ ਸਿੱਪੀਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ? ਸਾਨੂੰ ਸਿੱਪੀਆਂ ਤੇ ਘੋਗੇ ਦਰਿਆ ਚੋਂ ਪ੍ਰਾਪਤ ਹੁੰਦੇ ਹਨ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਹਲਦੀ ਨੇ ਮਾਂ ਨੂੰ ਕੀ ਕਿਹਾ? ਹਲਦੀ ਨੇ ਮਾਂ ਨੂੰ ਕਿਹਾ ਕਿ ਮੈਂ ਨਾਨਕੇ ਘਰ ਜਾਣਾ ਹੈ। ਮਾਂ ਨੇ ਸੁੰਡ ਨੂੰ ਕੀ ਕਿਹਾ ਤੇ ਸੁੰਡ ਨੇ ਮਾਂ ਨੂੰ ਕੀ ਕਿਹਾ? ਮਾਂ ਨੇ ਸੁੰਡ ਨੂੰ ਕਿਹਾ, ਸੁੰਡ ਧੀਏ, ਇਉਂ ਕਰ, ਤੂੰ ਵੀ ਇਹਦੇ ਨਾਲ ਚਲੀ ਜਾ। ਇੱਕ ਤੇ 2 11 ਹੁੰਦੇ ਨੇ। ਰਾਹ ਵਿੱਚ ਸਾਥ ਰਹੇਗਾ। ਲੰਮਾ ਪੈਂਡਾ ਏ, ਰਾਹ ਵਿੱਚ ਦਰਿਆ ਵੀ ਪੈਂਦਾ ਏ। ਉਸ ਵਿੱਚੋਂ ਲੰਘਦਿਆਂ ਤਾਂ ਮੈਨੂੰ ਕੱਲੀ ਨੂੰ ਵੀ ਡਰ ਲੱਗਦਾ ਏ। ਇਹ ਤਾਂ ਉਂਝ ਵੀ ਅਜੇ ਨਿਆਣੀ ਏ। ਸੁੰਡ ਨੇ ਕਿਹਾ, ਮਾਂ, ਮੈਂ ਨਹੀਂ ਅਜੇ ਜਾਣਾ। ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ। ਦਰਿਆ ਉੱਤੇ ਪੁਲ ਕਿਵੇਂ ਬਣ ਗਿਆ? ਹਲਦੀ ਨੇੜੇ ਪਏ ਪੱਥਰ ਢੋ ਕੇ ਲਿਆਉਣ ਲੱਗੀ। ਉਹਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਰ ਵੀ ਉਹਦੀ ਮਦਦ ਕਰਨ ਲੱਗੇ। ਇੰਜ ਹੌਲੀ ਹੌਲੀ ਦਰਿਆ ਉੱਤੇ ਪੁਲ ਬਣ ਗਿਆ। ਹਲਦੀ ਨੂੰ ਸਾਰੇ ਪਿਆਰ ਕਿਉਂ ਕਰਦੇ ਸਨ? ਹਲਦੀ ਕੋਲ ਪਿਆਰ ਸੀ। ਉਹ ਹਰ ਕਿਸੇ ਦੇ ਕੰਮ ਆਉਂਦੀ ਸੀ। ਉਹ ਸਭ ਦਾ ਹੱਥ ਵਟਾਉਂਦੀ ਸੀ। ਇਸ ਲਈ ਹਲਦੀ ਨੂੰ ਸਾਰੇ ਪਿਆਰ ਕਰਦੇ ਸਨ। ਹਲਦੀ ਅਤੇ ਸੁੰਡ ਦੇ ਸੁਭਾਅ ਵਿੱਚ ਕੀ ਫਰਕ ਸੀ? ਹਲਦੀ ਕੋਲ ਪਿਆਰ ਸੀ। ਉਹ ਹਰ ਕਿਸੇ ਦੇ ਕੰਮ ਆਉਂਦੀ ਸੀ। ਉਹ ਸਭ ਦਾ ਹੱਥ ਵਟਾਉਂਦੀ ਸੀ। ਸੁੰਡ ਕੌੜੇ ਸੁਭਾਅ ਦੀ ਸੀ। ਹਮੇਸ਼ਾ ਆਪਣੀ ਆਕੜ ਵਿੱਚ ਰਹਿੰਦੀ ਸੀ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਪਿਆਰੇ ਬੱਚਿਓ, ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਤੇ ਸਤਿਕਾਰ ਮਿਲਦਾ ਹੈ। ਹੇਠ ਲਿਖੇ ਸ਼ਬਦ ਜੋੜਿਆਂ ਨੂੰ ਦੱਸੇ ਅਨੁਸਾਰ ਉਹਨਾਂ ਦੇ ਵਿਰੋਧੀ ਅਰਥਾਂ ਨਾਲ ਮਿਲਾਓ। ਪਿਆਰੇ ਬੱਚਿਓ, ਇਹ ਸਾਨੂੰ ਕੁਝ ਸ਼ਬਦ ਜੋੜੇ ਦਿੱਤੇ ਹੋਏ ਹਨ। ਇਹਨਾਂ ਦੇ ਅਸੀਂ ਵਿਰੋਧੀ ਅਰਥਾਂ ਦੇ ਨਾਲ ਇਹਨਾਂ ਨੂੰ ਮਿਲਾਣਾ ਹੈ। ਜਿਵੇਂ ਨਿੱਕੀਆਂ ਨਿੱਕੀਆਂ, ਹਾਂ, ਵੱਡੀਆਂ ਵੱਡੀਆਂ, ਕਦੇ ਕਦੇ, ਹਮੇਸ਼ਾ ਹਮੇਸ਼ਾ, ਕਾਲੇ ਕਾਲੇ, ਹੌਲੀ ਹੌਲੀ, ਪਰੇ ਪਰੇ, ਨੇੜੇ ਨੇੜੇ, ਅੰਦਰੋਂ ਅੰਦਰ, ਬਾਹਰੋਂ ਬਾਹਰ। ਹੇਠ ਲਿਖੇ ਵਾਕਾਂ ਵਿੱਚ ਪੜਨਾਮ ਸ਼ਬਦਾਂ ਤੇ ਗੋਲਾ ਲਾਓ। ਪਿਆਰੇ ਬੱਚਿਓ, ਪੜਨਾਮ ਸ਼ਬਦ ਉਹ ਹੁੰਦੇ ਹਨ ਜਿਹੜੇ ਕਿਸੇ ਨਾਮ ਦੀ ਜਗ੍ਹਾ ਤੇ ਵਰਤੇ ਗਏ ਹੋਣ। ਤੂੰ ਉਸ ਦੇ ਨਾਲ ਚਲੀ ਜਾਵੀਂ। ਇਹਦੇ ਵਿੱਚ ਪਿਆਰੇ ਬੱਚਿਓ, ਉਸ ਦੇ ਨਾਲ ਚਲੀ ਜਾਵੀਂ, ਉਸ ਕਿਸੇ ਹੋਰ ਵਿਅਕਤੀ ਵਾਸਤੇ ਵਰਤਿਆ ਗਿਆ ਹੈ ਜਿਸ ਦਾ ਸਾਨੂੰ ਇਸ ਵਾਕ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਤੂੰ ਕਿਹਦੇ ਨਾਲ ਜਾਣਾ ਹੈ। ਇਹ ਕਹਿੰਦੀ ਹੋਈ ਉਹ ਚਾਅ ਨਾਲ ਗੁਣਗੁਣਾਉਣ ਲੱਗੀ, ਉਹ ਮੈਂ ਹਾਂ ਤੇਰੀ ਧੀ ਧਿਆਨੀ ਤੇਰੀ। ਪਾਠ ਵਿੱਚ ਆਏ ਰਿਸ਼ਤਿਆਂ ਦੀ ਸੂਚੀ ਬਣਾਓ। ਸਮਝ ਆਧਾਰਿਤ ਸਿਰਜਣਾਤਮਕ ਪਰਖ ਹੈ। ਪਿਆਰੇ ਬੱਚਿਓ, ਸਾਡੇ 2 ਪਰਿਵਾਰ ਦਾਦਕੇ ਅਤੇ ਨਾਨਕੇ ਹੁੰਦੇ ਹਨ। ਪਿਆਰੇ ਬੱਚਿਓ, ਦਾਦਕੇ ਸਾਡੇ
ਜੋ ਪਿਤਾ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਹਨ ਉਹ ਦਾਦਕਾ ਪਰਿਵਾਰ ਹੁੰਦਾ ਹੈ। ਨਾਨਕਾ ਪਰਿਵਾਰ ਜਿੱਥੇ ਮਾਤਾ ਦੀਆਂ ਰਿਸ਼ਤੇਦਾਰੀਆਂ ਹੋਣ ਉਹ ਨਾਨਕਾ ਪਰਿਵਾਰ ਸਾਡਾ ਹੁੰਦਾ ਹੈ। ਦਾਦਕਿਆਂ ਦੇ ਵਿੱਚ ਸਾਡਾ ਦਾਦਾ, ਪਿਤਾ ਦਾ ਪਿਤਾ, ਪਿਤਾ ਦੀ ਮਾਤਾ, ਦਾਦੀ, ਪਿਤਾ ਦਾ ਭਰਾ, ਤਾਇਆ, ਤਾਈ, ਪਿਤਾ ਦਾ ਛੋਟਾ ਭਰਾ, ਚਾਚਾ, ਚਾਚੀ, ਪਿਤਾ ਦੀ ਭੈਣ, ਭੂਆ। ਇਹ ਸਾਡੇ ਦਾਦਕੇ ਪਰਿਵਾਰ ਦੀਆਂ ਰਿਸ਼ਤੇਦਾਰੀਆਂ ਹਨ। ਨਾਨਕੇ ਪਰਿਵਾਰ ਵਿੱਚ ਨਾਨਾ, ਮਾਤਾ ਦਾ ਪਿਤਾ, ਮਾਤਾ ਦੀ ਮਾਤਾ, ਨਾਨੀ, ਮਾਤਾ ਦਾ ਭਰਾ, ਮਾਮਾ, ਮਾਮੀ, ਮਾਤਾ ਦੀ ਭੈਣ, ਮਾਸੀ। ਇਹ ਸਾਡੀਆਂ ਨਾਨਕੇ ਪਰਿਵਾਰ ਦੀਆਂ ਰਿਸ਼ਤੇਦਾਰੀਆਂ ਹਨ। ਹੇਠਾਂ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਨ ਕਰੋ। ਜਿਵੇਂ ਜੁਲਾਹਾ, ਪਿਆਰੇ ਬੱਚੇ, ਜੁਲਾਹਾ ਕੱਪੜੇ ਬੁਣਨ ਵਾਲਾ ਹੁੰਦਾ ਹੈ। ਅਧਿਆਪਕ ਪੜ੍ਹਾਉਣ ਵਾਲਾ ਹੁੰਦਾ ਹੈ। ਡਾਕਟਰ ਤੇ ਵੈਦ ਮਰੀਜ਼ਾਂ ਦਾ ਇਲਾਜ ਕਰਨ ਵਾਲਾ। ਮੋਚੀ ਚਮੜੇ ਦਾ ਕੰਮ ਕਰਨ ਵਾਲਾ। ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਵਾਲਾ। ਕਿਸਾਨ ਖੇਤੀ ਕਰਨ ਵਾਲਾ। ਲੁਹਾਰ ਲੋਹੇ ਦੇ ਸੰਦ ਬਣਾਉਣ ਵਾਲਾ। ਤਰਖਾਨ ਲੱਕੜ ਦਾ ਕੰਮ ਕਰਨ ਵਾਲਾ। ਧੋਬੀ ਕੱਪੜੇ ਧੋਣ ਵਾਲਾ। ਪਿਆਰੇ ਬੱਚਿਓ, ਤੁਸੀਂ ਇਹਨਾਂ ਨੂੰ ਯਾਦ ਵੀ ਕਰਨਾ ਹੈ। ਕੋਈ 10 ਚੰਗੀਆਂ ਆਦਤਾਂ ਲਿਖੋ। ਪਿਆਰੇ ਬੱਚਿਓ, ਚੰਗੀਆਂ ਆਦਤਾਂ ਨੂੰ ਅਪਣਾਉਣਾ ਹੈ। ਜ਼ਿੰਦਗੀ ਦੇ ਵਿੱਚ ਬੀਬੇਵਾਲ ਅਸੀਂ ਬਣਨਾ ਹੈ। ਸਾਨੂੰ ਜਿੱਦ ਨਹੀਂ ਕਰਨੀ ਚਾਹੀਦੀ। ਪਿਆਰੇ ਬੱਚਿਓ, ਬਹੁਤ ਸਾਰੇ ਬੱਚੇ ਹਰ ਗੱਲ ਉੱਤੇ ਜਿੱਦ ਕਰਦੇ ਹਨ। ਹਰ ਗੱਲ ਉੱਤੇ ਜਿੱਦ ਕਰਨਾ ਬਹੁਤ ਹੀ ਮਾੜਾ ਹੁੰਦਾ ਹੈ। ਇਸ ਲਈ ਸਾਨੂੰ ਜਿੱਦ ਨਹੀਂ ਕਰਨੀ ਚਾਹੀਦੀ। ਸਾਨੂੰ ਸਭ ਨਾਲ ਮਿੱਠਾ ਬੋਲਣਾ ਚਾਹੀਦਾ ਹੈ। ਇਸ ਵਿੱਚ ਹਲਦੀ ਸਭ ਨਾਲ ਮਿੱਠਾ ਬੋਲਦੀ ਸੀ, ਸਾਰਿਆਂ ਨੇ ਉਸ ਨੂੰ ਪਿਆਰ ਕੀਤਾ। ਇਸੇ ਤਰ੍ਹਾਂ ਸਾਨੂੰ ਵੀ ਸਭ ਨਾਲ ਮਿੱਠਾ ਬੋਲਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਦੇਖੋ, ਹਲਦੀ ਨੇ ਵੀ ਦੂਜਿਆਂ ਦੀ ਸਹਾਇਤਾ ਕੀਤੀ ਸੀ। ਸਾਰਿਆਂ ਨੇ ਉਹਨੂੰ ਸਤਿਕਾਰ, ਸਾਰਿਆਂ ਨੇ ਉਸ ਨੂੰ ਪਿਆਰ ਦਿੱਤਾ, ਤੋਹਫੇ ਵੀ ਦਿੱਤੇ। ਇਸ ਲਈ ਸਾਨੂੰ ਵੀ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਿਆਰੇ ਬੱਚਿਓ, ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਪਿਆਰੇ ਬੱਚਿਓ, ਇਹ ਜ਼ਰੂਰ ਕਰਨਾ ਹੈ। ਤੁਸੀਂ ਸਾਨੂੰ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਮਾਤਾ ਪਿਤਾ ਕਦੇ ਵੀ ਸਾਡੇ ਲਈ ਕੁਝ ਗਲਤ ਨਹੀਂ ਕਰਦੇ। ਉਹ ਹਮੇਸ਼ਾ ਆਪਣੇ ਤਜਰਬੇ ਦੇ ਵਿੱਚੋਂ ਸਾਡੇ ਲਈ, ਸਾਡੇ ਭਵਿੱਖ ਲਈ ਚੰਗਾ ਹੀ ਚੰਗਾ ਕਹਿੰਦੇ ਹਨ ਅਤੇ ਸਾਨੂੰ ਵੱਡਿਆਂ ਦਾ ਕਹਿਣਾ ਵੀ ਮੰਨਣਾ ਚਾਹੀਦਾ ਹੈ। ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਪਿਆਰੇ ਬੱਚਿਓ, ਕਈ ਵਾਰੀ ਜਦ ਸਾਡੇ ਵਿੱਚ ਹੰਕਾਰ ਆ ਜਾਂਦਾ ਹੈ ਤਾਂ ਅਸੀਂ ਮਿੱਠਾ ਬੋਲਣਾ ਬੰਦ ਕਰ ਦਿੰਦੇ ਹਾਂ। ਦੂਜੇ ਨੂੰ ਆਪਣੇ ਤੋਂ ਨੀਵਾਂ ਸਮਝਣ ਲੱਗ ਜਾਂਦੇ ਹਾਂ, ਜਿਹੜੀ ਕਿ ਬਹੁਤ ਹੀ ਮਾੜੀ ਆਦਤ ਹੈ। ਇਸ ਲਈ ਸਾਨੂੰ ਹੰਕਾਰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਸਾਨੂੰ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਪਿਆਰੇ ਬੱਚਿਓ, ਕਈ ਵਾਰ ਅਸੀਂ ਇੱਕ ਦੂਜੇ ਨੂੰ ਘਿਰਣਾ ਕਰਨ ਲੱਗ ਜਾਂਦੇ ਹਾਂ। ਉਸ ਨਾਲ ਮਿਲ ਕੇ ਕੰਮ ਨਹੀਂ ਹੁੰਦਾ। ਬਹੁਤ ਸਾਰੇ ਕੰਮ ਟੀਮ ਵਿੱਚ ਹੁੰਦੇ ਹਨ। ਪਿਆਰੇ ਬੱਚਿਓ, ਜਿਸ ਤਰ੍ਹਾਂ ਅਸੀਂ ਕਬੱਡੀ ਖੇਡਦੇ ਹਾਂ, ਅਗਰ ਅਸੀਂ ਟੀਮ ਬਣਾ ਕੇ ਵਧੀਆ ਤਰੀਕੇ ਨਾਲ ਖੇਡਾਂਗੇ, ਇੱਕ ਦੂਜੇ ਦਾ ਸਹਿਯੋਗ ਕਰਾਂਗੇ ਤਾਂ ਅਸੀਂ ਜਿੱਤ ਜਾਵਾਂਗੇ। ਅਗਰ ਅਸੀਂ ਇਕੱਲੇ ਆਪਦੇ ਆਪ ਵਾਸਤੇ ਕੁਝ ਕੀਤਾ ਤਾਂ ਹੋ ਸਕਦਾ ਹੈ ਅਸੀਂ ਹਾਰ ਜਾਈਏ। ਸਾਨੂੰ ਸਾਰਿਆਂ ਨਾਲ ਮਿਲ ਜੁਲ ਕੇ ਹੀ ਰਹਿਣਾ ਚਾਹੀਦਾ ਹੈ। ਸਾਨੂੰ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਨਿਮਰਤਾ, ਨਰਮੀ। ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਪਿਆਰੇ ਬੱਚਿਓ, ਇੱਕ ਝੂਠ ਨੂੰ ਛੁਪਾਉਣ ਵਾਸਤੇ 100 ਝੂਠ ਹੋਰ ਬੋਲਣੇ ਪੈ ਸਕਦੇ ਹਨ। ਇਸ ਲਈ ਜੇ ਅਸੀਂ ਹਮੇਸ਼ਾ ਸੱਚ ਬੋਲੀਏ ਤਾਂ ਸਾਨੂੰ ਝੂਠ ਬੋਲਣ ਦੀ ਕੋਈ ਜ਼ਰੂਰਤ ਹੀ ਨਹੀਂ ਪਵੇਗੀ। ਸਾਨੂੰ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ, ਸਮੇਂ ਦਾ ਪਾਬੰਦ ਬਿਲਕੁਲ ਹੋਣਾ ਚਾਹੀਦਾ ਹੈ, ਕਿਉਂਕਿ ਹਰ ਚੀਜ਼ ਦਾ ਸਮਾਂ ਹੈ। ਦੇਖੋ, ਸਕੂਲ ਲੱਗਣ ਦਾ ਸਮਾਂ, ਸਕੂਲ ਦੇ ਵਿੱਚ ਅੱਧੀ ਛੁੱਟੀ ਦਾ ਸਮਾਂ, ਸਕੂਲ ਦੇ ਵਿੱਚ ਸਾਰੀ ਛੁੱਟੀ ਦਾ ਸਮਾਂ, ਹਰ ਕੰਮ ਸਮੇਂ ਸਿਰ ਹੁੰਦਾ ਹੈ।
ਤੁਸੀਂ ਵੀ ਆਪਣਾ ਹਰ ਕੰਮ ਸਮੇਂ ਸਿਰ ਕਰਨਾ ਹੁੰਦਾ ਹੈ। ਸਿਆਣਿਆਂ ਵੱਲੋਂ ਕਿਹਾ ਵੀ ਗਿਆ ਹੈ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਆਵ। ਪਿਆਰੇ ਬੱਚਿਓ, ਇਸ ਲਈ ਸਾਨੂੰ ਹਰ ਕੰਮ ਸਮੇਂ ਸਿਰ ਹੀ ਕਰਨਾ ਚਾਹੀਦਾ ਹੈ। ਸਾਨੂੰ ਘਰ ਦੀਆਂ ਬਣੀਆਂ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਹਨ। ਪਿਆਰੇ ਬੱਚਿਓ, ਬਾਹਰ ਦੀਆਂ ਚੀਜ਼ਾਂ ਕਿਸ ਚੀਜ਼ ਦੀਆਂ ਬਣੀਆਂ ਹਨ, ਉਹਨਾਂ ਵਿੱਚ ਕੀ ਪਾਇਆ ਹੈ, ਸਾਨੂੰ ਕੁਝ ਵੀ ਨਹੀਂ ਪਤਾ ਹੁੰਦਾ। ਕਈ ਵਾਰ ਐਸੀਆਂ ਚੀਜ਼ਾਂ ਖਾ ਕੇ ਅਸੀਂ ਬਿਮਾਰ ਹੋ ਸਕਦੇ ਹਾਂ। ਇਸ ਲਈ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਘਰ ਦੀਆਂ ਬਣੀਆਂ ਚੀਜ਼ਾਂ ਹੀ ਖਾਈਏ, ਬਾਹਰ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰੀਏ। ਬਹੁਤ ਬਹੁਤ ਧੰਨਵਾਦ ਬੱਚਿਓ। ਉਮੀਦ ਕਰਦਾ ਹਾਂ ਇਸ ਵੀਡੀਓ ਤੋਂ ਵੀ ਤੁਸੀਂ ਬਹੁਤ ਲਾਭ ਉਠਾਓਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਮਿਲਾਂਗੇ ਅਗਲੀ ਵੀਡੀਓ ਦੇ ਨਾਲ।